ਨਮਸਕਾਰ, ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਅਰੁਣ ਚੋਪੜਾ। ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਭਾਜਪਾ ਦੇ ਇੱਕ ਸੂਬੇ ਦੇ ਬੁਲਾਰੇ ਦੀਵਾਨ ਅਮਿਤ ਅਰੋੜਾ ਜੀ। ਇਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਜਿੱਥੇ ਪੰਜਾਬ ਦੀ ਸਿਆਸਤ ਤੇ ਉੱਥੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਵੀ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਾਂਗੇ। ਦੀਵਾਨ ਜੀ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਜਗਬਾਣੀ ਦੇ। ਬਹੁਤ ਬਹੁਤ ਧੰਨਵਾਦ। ਅਮਿਤ ਜੀ, ਜੋ ਮੈਂ ਜਿੱਦਾਂ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੇ, ਜਿਸ ਤਰ੍ਹਾਂ ਦਾ ਗੈਂਗਸਟਰਵਾਦ ਪੰਜਾਬ 'ਚ ਵੱਧ ਰਿਹਾ, ਕਿਵੇਂ ਵੇਖਦੀ ਹੈ ਭਾਜਪਾ ਇਸ ਨੂੰ? ਦੇਖੋ, ਐਸਾ ਹੈ ਕਿ ਤੁਸੀਂ ਅੱਤਵਾਦ ਦਾ ਦੌਰ ਚਲੇ ਜਾਓ, ਪੁਰਾਣਾ ਜਿਹੜਾ ਅੱਤਵਾਦ ਦਾ ਦੌਰ, ਉਹਨੂੰ ਜੇ ਆਪਾਂ ਯਾਦ ਕਰੀਏ ਤਾਂ ਅੱਤਵਾਦ ਤੋਂ ਪਹਿਲੇ ਹੀ ਗੈਂਗਸਟਰਵਾਦ ਸ਼ੁਰੂ ਹੋਇਆ ਸੀ ਔਰ ਫਿਰ ਗੈਂਗਸਟਰਵਾਦ ਵੱਧਦਾ ਜਿਹੜਾ ਉਹ ਜਿੰਨੇ ਨੌਜਵਾਨ ਸੀ ਗੈਂਗਸਟਰਵਾਦ ਦੇ ਨਾਲ ਜੁੜੇ ਹੋਏ, ਉਹ ਅੱਤਵਾਦ ਫੈਲਾਉਣ ਲੱਗ ਪਿਆ। ਗਨ ਕਲਚਰ, ਸਟੇਨ ਗਨ ਕਲਚਰ, ਔਰ ਜਿਸ ਵੇਲੇ ਹੱਥ ਦੇ ਵਿੱਚ ਹਥਿਆਰ ਆ ਜਾਣ ਤਾਂ ਫਿਰ ਗਲਤ ਕੰਮ ਵੀ ਹੁੰਦੇ ਆ, ਚਾਹੇ ਉਹ ਗੈਂਗਸਟਰ ਹੋਣ ਜਾਂ ਚਾਹੇ ਉਹ ਅੱਤਵਾਦੀ ਹੋਣ। ਤੁਸੀਂ ਦੇਖੋ, ਉਸ ਜ਼ਮਾਨੇ ਦੇ ਵਿੱਚ ਬੱਸਾਂ ਤੋਂ ਥੱਲੇ ਲਾਣਾ, ਲੋਕਾਂ ਦੀ ਲੁੱਟ ਮਾਰ ਕਰਨੀ, ਬੈਂਕ 'ਚੋਂ ਪੈਸੇ ਕਢਾਉਣ ਗਏ ਆ, ਪੈਸੇ ਲੁੱਟ ਲੈਣੇ। ਉਦੋਂ ਵੀ ਇਹ ਕੰਮ ਜਿਹੜਾ ਵੈ ਇਹ ਗੈਂਗਸਟਰਵਾਦ ਤੋਂ ਸ਼ੁਰੂ ਹੋਇਆ ਸੀ ਔਰ ਅੱਤਵਾਦ ਦੀ ਚਰਮ ਸੀਮਾ 'ਤੇ ਪਹੁੰਚਿਆ। ਔਰ ਹੁਣ ਵੀ ਜਿਹੜਾ ਗੈਂਗਸਟਰਵਾਦ ਹੈ, ਇਹਨਾਂ ਦੇ ਜੇ ਲਿੰਕ ਖੰਗਾਲੇ ਜਾਣ ਤਾਂ ਕਿਤੇ ਨਾ ਕਿਤੇ ਪੰਜਾਬ ਦੀਆਂ ਜਿਹੜੀਆਂ ਰਵਾਇਤੀ ਪੋਲੀਟੀਕਲ ਪਾਰਟੀਆਂ, ਚਾਹੇ ਉਹ ਕਾਂਗਰਸ ਲੈ ਲਓ, ਚਾਹੇ ਉਹ ਅਕਾਲੀ ਦਲ ਲੈ ਲਓ, ਔਰ ਮੈਂ ਇਹ ਸਮਝਦਾ ਵਾਂ ਕਿ ਈਵਨ ਕਿ ਹੁਣ ਆਮ ਆਦਮੀ ਪਾਰਟੀ ਦੀ ਵੀ ਜਿਹੜੀ ਸਰਕਾਰ ਬਣੀ ਹੈ, 92 MLA ਵਿਧਾਇਕ ਇਹਨਾਂ ਦੇ ਜਿੱਤ ਕੇ ਆਏ। ਤੁਸੀਂ ਦੇਖੋ ਕਿ ਗੁਰਪਤਵੰਤ ਸਿੰਘ ਪੰਨੂ, ਜਿਹੜਾ ਕਿ ਸਿੱਖ ਫਾਰ ਜਸਟਿਸ ਦਾ ਸੰਸਥਾਪਕ ਹੈ, ਉਹ ਕੀ ਕਹਿ ਰਿਹਾ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਉਹ ਖਾਲਿਸਤਾਨੀਆਂ ਦੇ ਸਮਰਥਨ ਦੇ ਨਾਲ ਬਣੀ। ਔਰ ਤੁਸੀਂ ਦੇਖੋ ਕਿ ਸਰਕਾਰ, ਇਹ ਕੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਦੇਸ਼ ਵਿਰੋਧੀ ਤਾਕਤਾਂ ਦੇ, ਇਹਨਾਂ ਗੈਂਗਸਟਰਾਂ ਦੇ ਔਰ ਇਹਨਾਂ ਖਾਲਿਸਤਾਨੀ ਸਮਰਥਕਾਂ ਦੇ ਹੌਸਲੇ ਕਿੱਦਾਂ ਬੁਲੰਦ ਹੋ ਗਏ, ਖੁੱਲ੍ਹੇਆਮ ਘੁੰਮਣ ਲੱਗ ਪਏ। ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ 'ਤੇ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਟਵਿੱਟਰ 'ਤੇ ਸ਼ਰੇਆਮ ਇਹਨਾਂ ਦੀਆਂ ਫੋਟੋਆਂ ਹਥਿਆਰਾਂ ਦੇ ਨਾਲ। ਪਰ ਤੁਸੀਂ ਦੇਖੋ ਕਿ ਪਟਿਆਲੇ ਦੇ ਵਿੱਚ ਜਿਹੜਾ ਕਾਂਡ ਹੋਇਆ, ਕਾਲੀ ਮਾਤਾ ਮੰਦਿਰ 'ਤੇ ਹਮਲਾ, ਸੋ ਐਡਾ ਵੱਡਾ ਹੌਸਲਾ ਪਹਿਲੇ ਕਦੀ ਪੰਜਾਬ ਦੇ ਵਿੱਚ ਨਹੀਂ ਹੋਇਆ। ਸੋ ਮੈਂ ਤਾਂ ਇਹ ਸਮਝਦਾ, ਤੁਸੀਂ ਦੇਖੋ ਕੁਮਾਰ ਵਿਸ਼ਵਾਸ ਨੇ ਵੀ ਇਹ ਗੱਲ ਕਹੀ ਸੀ, ਮੈਂ ਤਾਂ ਅੱਜ ਇਹ ਗੱਲ ਕਹਿ ਰਿਹਾ ਨਾ, ਕੁਮਾਰ ਵਿਸ਼ਵਾਸ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸੰਸਥਾਪਕ, ਉਹਨੇ ਇਹ ਗੱਲ ਕਹੀ ਸੀ ਕਿ ਵੀ ਕੇਜਰੀਵਾਲ ਦੇ ਸੰਬੰਧ ਜਿਹੜੇ ਹੈ ਉਹ ਅੱਤਵਾਦੀਆਂ ਦੇ ਨਾਲ ਹੈ। ਸੋ ਅੱਜ ਉਹ ਸਾਰਾ ਕੁਝ ਸਾਹਮਣੇ ਆ ਰਿਹਾ। ਕਿਉਂ ਨਹੀਂ ਕੇਜਰੀਵਾਲ ਸਾਹਿਬ, ਭਗਵੰਤ ਮਾਨ ਮੁੱਖ ਮੰਤਰੀ, ਇਹ ਕਿਉਂ ਨਹੀਂ ਵਿਰੋਧ ਕਰਦੇ? ਕਿਉਂ ਨਹੀਂ ਖਾਲਿਸਤਾਨ ਦਾ ਵਿਰੋਧ ਕਰਦੇ? ਕਿਉਂ ਨਹੀਂ ਅੱਤਵਾਦੀਆਂ ਦਾ ਵਿਰੋਧ ਕਰਦੇ? ਸੋ ਮੈਂ ਸਮਝਦਾ ਵਾਂ ਕਿ ਜਿਹੜਾ ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਿਲ ਹੈ, ਉਹਨਾਂ ਵਿੱਚੋਂ 2 ਲੋਕਾਂ ਦਾ ਜਿਹੜਾ ਐਨਕਾਊਂਟਰ ਹੋਇਆ, 52 ਦਿਨ ਪੂਰੇ ਪੰਜਾਬ ਦੇ ਵਿੱਚ ਅਪਰਾਧੀ ਘੁੰਮਦੇ ਰਹੇ। ਤੁਸੀਂ ਦੇਖੋਗੇ ਦਿੱਲੀ ਪੁਲਿਸ ਨੇ ਫੜ ਲਿਆ ਔਰ ਪੰਜਾਬ ਦੇ ਵਿੱਚ ਉਹ ਸ਼ਰੇਆਮ ਘੁੰਮਦੇ ਰਹੇ। ਇਹ 52 ਦਿਨ 'ਚ ਵਿਲ ਪਾਵਰ ਕਿਉਂ ਨਹੀਂ ਆਈ ਸਾਡੇ CM ਸਾਹਿਬ ਦੇ ਵਿੱਚ? ਸੋ ਮੈਂ ਉਸ ਐਨਕਾਊਂਟਰ ਦਾ ਕ੍ਰੈਡਿਟ ਜਿਹੜਾ ਵੈ ਉਹ ਮੈਂ ਪੰਜਾਬ ਦੇ DGP ਗੌਰਵ ਯਾਦਵ ਜੀ ਨੂੰ ਦੇਣਾ ਚਾਹੁੰਦਾ।
दूसरा क्रेडिट जिहड़ा वै, क्योंकि सूबे दे मुख मंत्री बहुत कमज़ोर मुख मंत्री ने, और दूसरा क्रेडिट मैं ये देना चाहना कि भाई सुपर सीएम बनया, सलाहकार समिति के चेयरमैन बने, उस तो बाद किते ना किते सरकार दे विच पंजाब सरकार च विल पावर आई। और विल पावर नाल काम करनगे। एनकाउंटर तो बाद गैंगस्टर नूं एक वधिया मैसेज गया वै कि बई पंजाब दे विच गुंडागर्दी नहीं चलनी जे सरकार ईमानदारी दे नाल काम करे। हुण एक प्रश्न होर है कि बई तुसीं कह रहे हो कि भी जिहड़े 2 गैंगस्टर मरे है, एनकाउंटर किया गया, उन्हां दे लिंक पाकिस्तान दे नाल सी। भाई जे तुसीं जिंदा फड़े हुंदे तो पाकिस्तान दे लिंक भी पकड़े जाने सी। तुसीं जिंदा फड़िया हुंदा तो अज तुसीं ये कह रहे हो जी रवायती पार्टियां दे संबंध सी, उन्होंने गैंगस्टर पैदा किए। ते जे जिंदा फड़े हुंदे तो तुहानूं ये पता लग जाना सी। पुलिस नूं पता करना चाहिए सी उन्हां कोलों जिंदा फड़ के कि भाई किहड़ी पोलीटिकल पार्टी इनवॉल्व है उन्हां नूं पैदा करन दे लई। पर अजे भी डुੱਲੇ बेरां दा कुछ नहीं बिगड़िया। जिहड़े तुसीं जिंदा फड़े है, तुसीं उन्हां दी इंक्वायरी करो कि भाई उन्हां दे किहड़े पोलीटिकल लीडर दे नाल लिंक हैगे। सो एक बड़े महत्वपूर्ण प्रश्न चिन्ह अज भी जिहड़े है वो लोगों के सामने खड़े है। ਤੁਸੀਂ ਗੈਂਗਸਟਰਵਾਦ ਦੀ ਆਪਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਪੰਜਾਬ ਸਰਕਾਰ ਨੂੰ ਆਪਣੇ ਕੰਮ ਦੇਖਣੇ ਚਾਹੀਦੇ, ਪਰ ਪੰਜਾਬ ਸਰਕਾਰ ਜਦੋਂ ਦੀ ਹੋਂਦ 'ਚ ਆਈ ਹੈ ਆਪਣੀ ਗਰੰਟੀਆਂ ਪੂਰੀਆਂ ਕਰਨ 'ਚ ਲੱਗੀ ਹੋਈ ਹੈ। ਬਿਜਲੀ ਮਾਫੀ ਦਾ ਹੋਵੇ ਜਾਂ ਹੋਰ ਗਰੰਟੀਆਂ ਨੇ ਲਗਾਤਾਰ ਪੂਰੀਆਂ ਕਰਤੀਆਂ, ਕਿਵੇਂ ਵੇਖਦੇ ਹੋ ਉਹਨਾਂ ਨੂੰ? देखो ऐसा है कि मुफ्त बिजली के नाम पे 24 घंटे निर्बाध बिजली और 300 यूनिट प्रति महीना मुफ्त बिजली की गारंटी जिहड़ी है, एक केजरीवाल साहब ने 30 जून 2021 नूं चंडीगढ़ दे विच प्रैस कॉन्फ्रेंस करके कीती सी। उस तो बाद आम आदमी पार्टी के वलंटियर्स ने लोगों कोलों बिजली मुफ्त बिजली के गारंटी फार्म भरवाए और उन्हां गारंटी फार्म दे विच किते भी कोई टर्म्स कंडीशन नहीं सी लिखियां हुई कि भाई 300 यूनिट तो वध बिजली होएगी, 600 यूनिट 2 महीने के साइकिल तो वध बिजली होएगी तो पूरा चार्ज किया जाएगा। पर अज सरकार कंडीशनां क्यों लगा रही है? कि ये लोगों के नाल धोखा नहीं? शरेआम आम आदमी पार्टी की सरकार द्वारा लोगों दियां अखां दे विच घट्टा पाना बड़ी शर्मनाक स्थिति है। लोगों के नाल धोखा, फिर लोगों के वसूले टैक्स नूं बर्बाद करना, नैशनल चैनल दे उत्ते टीवी ते जाके मुख्यमंत्री पंजाब द्वारा झूठ बोलना, बाहरलियां स्टेटां दे विच अखबारां दे विच इश्तिहार विज्ञापन देना मुफ्त बिजली के नाम ते। कि उन्हां विज्ञापनां दे विच तुसीं लिखिआ कि भाई 300 यूनिट तो वध होएगी तो पूरा चार्ज किया जाऊगा। की आम आदमी पार्टी लोगों दी अखां 'च घाटा नहीं पा रही? तुसीं मैनूं ये दसो कि सरकार कहती है जी असी SC BC BPL इन्हां दा बिल जे 300 यूनिट तो या 600 यूनिट 2 महीने तो वध आऊगा तो उपरले यूनिट जिन्ने होणगे उही पे करने पैणगे। यानी कि जे 700 यूनिट है तो 100 यूनिट का बिल पे करना पेगा। फिर तुसीं स्वै घोषणा पत्र क्यों तुसीं भरवा रहे हो? हुण स्वै घोषणा पत्र जिहड़ा वै यही SC BC और BPL परिवारां दे नाल भी धोखा। फिर तुसीं कह रहे हो स्वै घोषणा पत्र दे विच लिखो
ਕਿ ਭਾਈ 10,000 ਤੋਂ ਵੱਧ ਜਿੰਦੀ ਪੈਨਸ਼ਨ ਹੋਏਗੀ ਉਹਨੂੰ ਵੀ ਮੁਫਤ ਬਿਜਲੀ ਦਾ ਫਾਇਦਾ ਨਹੀਂ ਮਿਲੇਗਾ। ਜਿਹੜੇ ਪ੍ਰੋਫੈਸ਼ਨਲ ਨੇ, ਸੀਏ, ਐਡਵੋਕੇਟ, ਪ੍ਰੋਫੈਸਰ, ਡਾਕਟਰਸ, ਉਹਨਾਂ ਨੂੰ ਵੀ ਮੁਫਤ ਬਿਜਲੀ ਦਾ ਫਾਇਦਾ ਨਹੀਂ ਮਿਲੇਗਾ, ਚਾਹੇ ਉਹ SC BC ਵਰਗ ਤੋਂ ਹੋਣ, BPL ਵਰਗ ਤੋਂ ਹੋਣ। ਕੀ ਇਹ ਧੋਖਾ ਨਹੀਂ? ਹੁਣ ਤੁਸੀਂ ਮੈਨੂੰ ਇਹ ਦੱਸੋਗੇ, ਇੱਕ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਬੇਰੁਜ਼ਗਾਰ ਹੈ, ਬਜ਼ੁਰਗ ਹੈ, ਰਿਟਾਇਰ ਹੈ, ਉਹਦੀ ਪੈਨਸ਼ਨ 8,000 ਰੁਪਈਆ। ਵੈਸੇ ਤਾਂ ਸਰਕਾਰੀ ਪੈਨਸ਼ਨ ਜਿਹੜੀ ਹੈ ਉਹ ਕਦੇ ਵੀ 10,000 ਤੋਂ ਥੱਲੇ ਨਹੀਂ ਹੋ ਸਕਦੀ, ਵੱਧ ਹੁੰਦੀ ਹੈ। ਸਰਕਾਰੀ ਰਿਟਾਇਰਡ ਕਰਮਚਾਰੀ ਦਾ ਤੁਸੀਂ SC BC ਪਹਿਲਾਂ ਹੀ ਪਾਸੇ ਕਰਤੇ, ਛਾਂਟੀ ਕਰਦੇ, ਫਿਰ ਪ੍ਰੋਫੈਸ਼ਨਲ ਛਾਂਟੀ ਕਰਦੇ। ਹੁਣ ਜੇ ਕਿਸੇ ਦੀ ਪੈਨਸ਼ਨ 8,000 ਹੈ, ਉਹਦਾ ਇੱਕ ਬੇਟਾ CA ਹੈ, ਇੱਕ ਬੇਟਾ ਐਡਵੋਕੇਟ ਹੈ, ਉਹਨੂੰ ਸਰਕਾਰ ਕਿਸ ਤਰ੍ਹਾਂ ਜਸਟੀਫਾਈ ਕਰੇਗੀ ਕਿ ਇਹ ਪਰਿਵਾਰ ਜਿਹੜਾ ਵੈ ਮੁਫਤ ਬਿਜਲੀ ਲੈਣ ਲਈ ਐਲੀਜੀਬਲ ਹੈ, ਜਦ ਕਿ ਉਹਦਾ ਪੜੋਸੀ ਜੇ ਬਿਜਲੀ ਦਾ ਮੀਟਰ ਐਡਵੋਕੇਟ ਦੇ ਨਾਮ ਹੈ, ਬਿਜਲੀ ਦਾ ਮੀਟਰ CA ਦੇ ਨਾਮ ਹੈ, ਔਰ ਉਹ SC BC BPL ਕੈਟਾਗਰੀ ਨੂੰ ਬਿਲੋਂਗ ਕਰਦਾ, ਔਰ ਉਹ ਸਹੂਲਤ ਲੈਣ ਦਾ ਪੂਰਨ ਰੂਪ ਦੇ ਵਿੱਚ ਹੱਕਦਾਰ ਹੈ, ਔਰ ਉਹਦਾ ਪੜੋਸੀ ਜਿਹੜਾ ਵੈ ਉਹਨੂੰ ਵੰਚਿਤ ਰੱਖਿਆ ਜਾ ਰਿਹਾ। ਸੋ ਕੁੱਲ ਮਿਲਾ ਕੇ ਜਿਸ ਵੇਲੇ ਤੁਸੀਂ ਘਟਾ ਗੁਣਾ ਦਾ ਜੋੜ ਕਰੋਗੇ ਤਾਂ ਇਹ ਅੰਕੜਾ ਬਾਹਰ ਆਏਗਾ ਕਿ 85% ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਾ ਕੋਈ ਲਾਭ ਨਹੀਂ ਹੈ। 85% ਲੋਕਾਂ ਨੂੰ ਵੰਚਿਤ ਰੱਖਿਆ ਜਾ ਰਿਹਾ ਹੈ। ਔਰ ਸਰਕਾਰ, ਪੰਜਾਬ ਸਰਕਾਰ ਜਿਹੜਾ ਇਹ ਨਗਾੜਾ ਵਜਾ ਰਹੀ ਹੈ, ਭੰਡੀ ਪ੍ਰਚਾਰ ਕਰ ਰਹੀ ਹੈ, ਝੂਠ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੇ ਹਾਂ। ਔਰ CM ਸਾਹਿਬ ਟਵੀਟ ਕਰ ਰਹੇ ਹੈ ਕਿ 51 ਲੱਖ ਲੋਕਾਂ ਦਾ ਘਰਾਂ ਨੂੰ ਜਿਹੜਾ ਵੈ ਉਹ ਬਿਜਲੀ ਬਿੱਲ ਜਿਹੜਾ ਜ਼ੀਰੋ ਆਏਗਾ। ਤੁਸੀਂ ਅੰਕੜੇ ਕੱਢੋ, 65 ਲੱਖ ਤਾਂ ਸਿਰਫ ਘਰ ਹੈ ਪੰਜਾਬ ਦੇ ਵਿੱਚ, ਹਾਊਸ ਹੋਲਡ, ਔਰ ਉਹਦੇ ਵਿੱਚ 18% ਜਿਹੜੇ ਆ ਉਹ ਕਿਰਾਏ ਤੇ ਰਹਿੰਦੇ ਆ, 18%। ਹੁਣ ਤੁਸੀਂ ਕਹਿ ਰਹੇ ਹੋ 51% ਲੋਕਾਂ ਦਾ, 51 ਲੱਖ ਲੋਕਾਂ ਦਾ ਬਿੱਲ ਜਿਹੜਾ ਜ਼ੀਰੋ ਆਏਗਾ। ਕੀ ਤੁਸੀਂ ਇਹਦੇ ਤੇ ਵਾਈਟ ਪੇਪਰ ਜਾਰੀ ਕਰੋਗੇ? ਸਰਕਾਰ ਇਹਦੇ ਤੇ ਵਾਈਟ ਪੇਪਰ ਜਾਰੀ ਕਰੂਗੀ? ਸੋ ਲੋਕਾਂ ਦੀਆਂ ਅੱਖਾਂ ਦੇ ਵਿੱਚ ਸੁਧੀ ਘੱਟਾ ਪਾਉਣਾ, ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਐਸਾ ਹੀ ਕੀਤਾ। ਦਿੱਲੀ ਦੇ ਵਿੱਚ ਤਾਂ ਇਹਨਾਂ ਨੇ ਹੋਰ ਤਰਾਹ ਕੀਤੀ, ਜਿੰਨੇ ਕਮਰਸ਼ੀਅਲ ਬਿੱਲ ਸਨ ਉਹਨਾਂ ਦੇ ਉੱਪਰ ਭਾਰੀ ਭਰਕਮ ਫਿਕਸ ਚਾਰਜ ਲਗਾ ਕੇ ਉਹਨਾਂ ਦੀ ਵਪਾਰ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਔਰ ਤੁਸੀਂ ਇੱਥੇ ਗੁਜਰਾਤ ਔਰ ਹਿਮਾਚਲ ਦੇ ਇਲੈਕਸ਼ਨ ਤੋਂ ਬਾਅਦ ਦੇਖਣਾ ਕਿ ਪੰਜਾਬ ਦੇ ਵਿੱਚ ਵੀ ਕਮਰਸ਼ੀਅਲ ਬਿਜਲੀ ਚਾਰਜਸ ਜਿਹੜੇ ਹੈ ਉਹ ਪਹਿਲੇ ਨਾਲੋਂ 3 ਗੁਣਾ ਵੱਧ ਜਾਣਗੇ। ਮੈਂ ਤਾਂ ਇਹ ਸਮਝਦਾ ਵਾਂ ਕਿ ਆਮ ਆਦਮੀ ਪਾਰਟੀ ਲੋਕਾਂ ਦਾ ਖੂਨ ਚੂਸਣ ਦੀ ਤਿਆਰੀ ਕਰ ਰਹੀ ਹੈ, ਔਰ SC BC ਨੂੰ ਵੀ ਕੋਈ ਲਾਭ ਨਹੀਂ ਹੈ। ਸਵੈ ਘੋਸ਼ਣਾ ਪੱਤਰ ਆਪਣੇ ਆਪ ਦੇ ਵਿੱਚ ਸੈਲਫ ਕੰਟਰਾਡਿਕਟਰੀ ਹੈ। ਤੁਸੀਂ ਗੱਲ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਇੱਕ ਪਾਸੇ ਤਾਂ ਮੁਫਤ ਦੀਆਂ ਸਹੂਲਤਾਂ ਦੇ ਰਹੀ ਹੈ, ਪਰ ਭਾਜਪਾ ਨੇ ਹੱਥ ਪਿੱਛੇ ਖਿੱਚ ਲਿਆ। ਬੀਤੇ ਦਿਨੀ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਹੈ, ਖਬਰਾਂ ਵੀ ਮੀਡੀਆ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਕਿ ਮੁਫਤ ਦੇ ਸ਼ਬਦ 'ਤੇ ਹੀ ਰੋਕ ਲਾਉਣ ਦੀ ਤਿਆਰੀ ਕਰ ਰਹੀ ਹੈ ਭਾਜਪਾ, ਕਿ ਮੁਫਤ 'ਚ ਕੁਝ ਵੰਡਿਆ ਨਾ ਜਾਵੇ। ਚੋਣ ਕਮਿਸ਼ਨ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਮੁਫਤ ਦਾ ਲਾਲਚ ਦੇ ਕੇ ਵੋਟਾਂ ਨਾ ਮੰਗੀਆਂ ਜਾਣ। ਕਿਵੇਂ ਵੇਖਦੇ ਹੋ ਉਹਨੂੰ? ਦੇਖੋ, ਐਸਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇੱਕੋ ਹੀ ਸਿਧਾਂਤ ਰਿਹਾ ਕਿ ਕਮਜ਼ੋਰ ਵਰਗ ਨੂੰ ਉੱਪਰ ਲੈ ਕੇ ਆਉਣਾ। ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਨੇ
ਉਜਵਲਾ ਯੋਜਨਾ ਦੇ ਤਹਿਤ ਗਰੀਬਾਂ ਨੂੰ ਸਿਲੰਡਰ ਦਿੱਤੇ। ਪੂਰੇ ਦੇਸ਼ ਦੇ ਵਿੱਚ 10 ਕਰੋੜ ਤੋਂ ਉੱਪਰ ਪਰਿਵਾਰਾਂ ਨੂੰ ਉਜਵਲਾ ਯੋਜਨਾ ਦੇ ਤਹਿਤ ਸਿਲੰਡਰ ਦਿੱਤੇ ਗਏ। 10 ਕਰੋੜ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਗਏ ਪਰਿਵਾਰਾਂ ਨੂੰ। ਔਰ ਤੁਸੀਂ ਦੇਖੋ ਕਿ ਜਨ ਧਨ ਯੋਜਨਾ ਦੇ ਤਹਿਤ ਅਕਾਊਂਟ ਖੋਲ੍ਹੇ ਗਏ। ਅੱਜ ਵੀ ਗਰੀਬ ਕਿਸਾਨ ਦੇ ਖਾਤੇ ਦੇ ਵਿੱਚ ਕਿਸਾਨ ਸਨਮਾਨ ਨਿਧੀ ਪਾਈ ਜਾਂਦੀ ਹੈ। ਤੁਸੀਂ ਮੈਨੂੰ ਦੱਸੋ ਕਿ ਦੇਸ਼ ਦੇ ਵਿੱਚ ਜੇ ਸ਼ੌਚਾਲਾ ਬਣਾਉਣਾ ਔਰ ਹਰ ਘਰ ਦੇ ਵਿੱਚ ਸ਼ੌਚਾਲਾ ਹੋਵੇ, ਜਿਹੜਾ ਕਿ ਆਜ਼ਾਦੀ ਤੋਂ ਬਾਅਦ 70 ਸਾਲ ਦੇ ਵਿੱਚ ਇਸ ਐਂਗਲ ਤੇ ਕੰਮ ਹੀ ਨਹੀਂ ਹੋਇਆ। ਇਹ ਮੁਫਤਖੋਰੀ ਵੀ ਨਹੀਂ ਹੈ, ਇਹ ਗਰੀਬਾਂ ਦੀ ਸਹਾਇਤਾ ਕਰਨਾ, ਮਹਿਲਾਵਾਂ ਦੀ ਸਹਾਇਤਾ ਕਰਨਾ। ਸੋ ਭਾਰਤੀ ਜਨਤਾ ਪਾਰਟੀ ਸਮਾਜ ਦੇ ਗਰੀਬ ਤਬਕੇ ਨੂੰ ਵਾਸਤਵਿਕ ਰੂਪ ਦੇ ਵਿੱਚ ਉੱਪਰ ਉਠਾਉਣਾ ਚਾਹੁੰਦੀ ਹੈ। ਤੁਸੀਂ ਦੇਖੋਗੇ ਐਡੀ ਵੱਡੀ ਮਿਸਾਲ ਜਿੱਥੇ ਆਮ ਆਦਮੀ ਪਾਰਟੀ ਮੁਫਤਖੋਰੀ ਦਾ ਲਾਲਚ ਦੇ ਕੇ ਗਰੀਬਾਂ ਨੂੰ, ਐਸਸੀ ਬੀਸੀ ਨੂੰ, ਬੀਪੀਐਲ ਨੂੰ ਨਿਕੰਮਾ ਬਣਾਉਣਾ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਨੇ ਤਾਂ ਤੁਸੀਂ ਦੇਖੋ ਕਿ ਆਦੀਵਾਸੀ ਸਮਾਜ ਤੋਂ, ਜਨਜਾਤੀ ਸਮਾਜ ਤੋਂ, ਅਨੁਸੂਚਿਤ ਜਾਤੀ ਸਮਾਜ ਤੋਂ ਰਾਸ਼ਟਰਪਤੀ ਬਣਾਤਾ। ਰਾਸ਼ਟਰਪਤੀ ਵਰਗੇ ਦੇਸ਼ ਦੇ ਸਰਵੋੱਚ ਪਦ ਤੇ ਭਾਰਤੀ ਜਨਤਾ ਪਾਰਟੀ ਨੇ ਆਸੀਨ ਕੀਤਾ ਮਹਾਮਹਿਮ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਨੂੰ। ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ? ਔਰ ਤੁਸੀਂ ਦੇਖੋ ਕਿ ਅੱਜ ਹਰ ਗਰੀਬ ਦੇਸ਼ ਦਾ, ਹਰ ਐਸਸੀ ਬੀਸੀ ਔਰ ਬਿਲੋ ਪਾਵਰਟੀ ਲਾਈਨ ਦਾ ਵਿਅਕਤੀ ਵੀ ਅੱਜ ਸੋਚਣ ਦੇ ਮਜਬੂਰ ਹੋ ਗਿਆ ਕਿ ਬਾਕੀ ਪਾਰਟੀਆਂ ਦੇ ਵਿੱਚ ਖਾਨਦਾਨੀ ਰਾਜਨੀਤੀ, ਕਾਂਗਰਸ 'ਚ ਚਲੇ ਜਾਓ, ਨਹਿਰੂ ਗਾਂਧੀ ਪਰਿਵਾਰ ਤੋਂ ਬਿਨਾਂ ਕੋਈ ਬੰਦਾ ਉੱਪਰ ਨਹੀਂ ਆ ਸਕਦਾ। ਲੇਕਿਨ ਭਾਰਤੀ ਜਨਤਾ ਪਾਰਟੀ ਨੇ ਇੱਕ ਮਿਸਾਲ ਕਾਇਮ ਕੀਤੀ ਕਿ ਗਰੀਬ ਤੋਂ ਗਰੀਬ ਵਿਅਕਤੀ ਵੀ ਜਿਹੜਾ ਹੈ ਉਹ ਸਰਵੋੱਚ ਪਦ ਤੇ ਪਹੁੰਚ ਸਕਦਾ। ਤਾਂ ਪ੍ਰਧਾਨ ਮੰਤਰੀ ਦਾ ਦੌਰਾ ਹੋਇਆ ਸੀ ਪੰਜਾਬ ਦੇ ਵਿੱਚ, ਵਾਪਸ ਜਾਣਾ ਪੈ ਗਿਆ ਸੀ ਵਿਰੋਧ ਦਾ ਕਾਰਨ, ਕਿਸਾਨਾਂ ਦਾ ਵਿਰੋਧ ਕਾਰਨ। ਫਿਰ ਨਿਤਿਨ ਗਡਕਰੀ ਜੀ ਦੱਸਦੇ ਨੇ ਸੰਸਦ ਦੇ ਵਿੱਚ ਕਿ ਪ੍ਰਧਾਨ ਮੰਤਰੀ ਸਾਹਿਬ ਫਿਰ ਦੁਬਾਰਾ ਆਉਣਗੇ, ਕਿ ਉਹ ਜਿਹੜੇ ਟੈਂਡਰ ਰੋਕੇ ਸੀ ਜਾਂ ਗ੍ਰਾਂਟਾਂ ਰੋਕੀਆਂ ਸੀ ਉਹ ਦੁਬਾਰਾ ਪੰਜਾਬ ਨੂੰ ਮਿਲ ਪਾਉਣਗੀਆਂ। ਬਿਲਕੁਲ ਆਉਣਗੇ ਜੀ, ਬਿਲਕੁਲ ਆਉਣਗੇ। ਔਰ ਪੀਜੀਆਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਹੋਏਗਾ। ਦੇਸ਼ ਦੇ ਲੋਕਾਂ ਦੀ ਸਿਹਤ ਦੀ ਗੱਲ ਹੈ। ਤੁਸੀਂ ਮੈਨੂੰ ਇਹ ਦੱਸੋ ਕਿ ਬੜਾ ਰੌਲਾ ਪਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੀ, 117 ਮੁਹੱਲਾ ਕਲੀਨਿਕ, ਇਹਨਾਂ ਨੇ ਤਾਂ 17,000 ਕਹੇ ਸੀ ਜੀ, 17,000 ਤੋਂ 117 ਤੇ ਆ ਗਿਆ ਜੀ। ਮੋਦੀ ਜੀ ਨੇ ਤਾਂ ਆਯੁਸ਼ਮਾਨ ਯੋਜਨਾ ਕਾਰਡ ਦਿੱਤਾ ਸੀ, ਆਯੁਸ਼ਮਾਨ ਕਾਰਡ ਦਿੱਤਾ ਸੀ ਨਾ, ਕਿ ਇੱਕ ਛੋਟੀ ਜਿਹੀ ਅਮਾਊਂਟ ਦਾ ਬੀਮਾ ਕਰੀਬਨ 500 ਰੁਪਏ ਦਾ, ਔਰ ਕਿਸੇ ਵੀ ਹਸਪਤਾਲ 'ਚ ਜਾ ਕੇ ਜਿਹੜੇ ਅਨਲਿਸਟਡ ਹੈ ਉੱਥੇ ਕੋਈ ਵੀ ਬਿਮਾਰ ਵਿਅਕਤੀ ਜਿਹੜਾ ਆਪਣਾ ਇਲਾਜ ਕਰ ਸਕਦਾ। ਉਹ ਸਕੀਮ ਆਯੁਸ਼ਮਾਨ ਯੋਜਨਾ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੰਦ ਕਿਉਂ ਕਰਤੀ? ਤੁਸੀਂ ਦੇਖੋ ਨਾ, ਦੇਸ਼ ਪੰਜਾਬ ਦੇ ਵਿੱਚ ਅਨੇਕਾਂ ਹਸਪਤਾਲ ਹਰ ਗਰੀਬ ਦਾ ਇਲਾਜ ਕਰਨ ਲਈ ਆਯੁਸ਼ਮਾਨ ਕਾਰਡ ਯੋਜਨਾ ਦੇ ਤਹਿਤ ਤਿਆਰ ਸਨ। ਕੇਂਦਰ ਸਰਕਾਰ ਨੇ ਫੰਡ ਐਲੋਕੇਟ ਕੀਤਾ, ਲੇਕਿਨ ਪੰਜਾਬ ਸਰਕਾਰ ਐਲੋਕੇਟ ਨਹੀਂ ਕਰ ਰਹੀ। ਕੀ ਉਹ ਲੋਕਾਂ ਦੇ ਸਵਾਸਥ ਦੇ ਨਾਲ ਖਿਲਵਾੜ ਨਹੀਂ ਹੈ? ਇੱਕ ਕਨਸਟੀਚੁਐਂਸੀ ਦੇ ਵਿੱਚ ਕਰੀਬ 1.5 ਲੱਖ ਵੋਟਰ ਹੈ, ਔਰ ਇੱਕ ਕਨਸਟੀਚੁਐਂਸੀ ਦੇ ਵਿੱਚ ਆਬਾਦੀ ਕਿੰਨੀ ਹੈ? 2.25 ਲੱਖ, 2 ਤੋਂ ਲੈ ਕੇ 2.5 ਲੱਖ। ਉਹ 2.5 ਲੱਖ ਲੋਕਾਂ ਦਾ ਇਲਾਜ ਕੀ ਤੁਸੀਂ ਇੱਕ ਮੁਹੱਲਾ ਕਲੀਨਿਕ ਤੇ ਛੱਡ ਦਿਓਗੇ? ਕੀ ਇਹ ਲੋਕਾਂ ਦੇ ਨਾਲ ਧੋਖਾ ਨਹੀਂ? ਤੁਸੀਂ ਜਿਹੜਾ
ਤੁਸੀਂ ਕਹਿ ਰਹੇ ਹੋ ਅਸੀਂ MBBS ਡਾਕਟਰ ਬਿਠਾਵਾਂਗੇ, ਕਿ ਉਹ 2.5 ਲੱਖ ਲੋਕ ਉਸ ਇੱਕ MBBS ਡਾਕਟਰ ਤੇ ਵਿਸ਼ਵਾਸ ਕਰ ਪਾਣਗੇ? ਸੋ ਬੜੇ ਵੱਡੇ ਪ੍ਰਸ਼ਨ ਚਿੰਨ੍ਹ ਨੇ। ਗੱਲ ਇਹ ਹੈ ਕਿ ਆਊਟਪੁੱਟ ਕੀ ਹੈ ਇਹਨਾਂ ਦੀਆਂ ਯੋਜਨਾਵਾਂ ਦੀ। ਜੀ, ਉਹ ਸਿਰਫ ਇੱਕ ਪੇਪਰ ਦੇ ਉੱਪਰ, ਅਖਬਾਰਾਂ ਦੇ ਰਾਹੀਂ, ਮੀਡੀਆ ਦੇ ਵਿੱਚ ਪ੍ਰਚਾਰ ਦੇ ਰਾਹੀਂ ਇੱਕ ਧੋਖਾ। ਜੀ, ਸੋ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਆਈਡੀਓਲੋਜੀ ਨਹੀਂ ਹੈ, ਕੋਈ ਨੀਤੀ ਨਹੀਂ ਹੈ, ਕੋਈ ਨੀਅਤ ਨਹੀਂ ਹੈ। ਸਿਰਫ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਉਣ ਵਾਲਾ ਕੰਮ ਹੈ। ਤੋ ਇਹ ਸਨ ਦੀਵਾਨ ਅਮਿਤ ਅਰੋੜਾ ਜੀ, ਜੋ ਭਾਜਪਾ ਦੇ ਸੂਬਾ ਬੁਲਾਰੇ ਨੇ, ਸੂਬੇ ਦੇ ਬੁਲਾਰੇ ਨੇ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਾਣੀ TV।